ਪ੍ਰਾਕਥਨ। ਵਾਹਿਗੁਰੂ ਨਿਰਮਲ ਹੈ, ਭਾਵ ਸ਼ੁੱਧ ਸਰੂਪ ਹੈ। ਉਸ ਨੂੰ ਪ੍ਰਾਪਤ ਹੋਣ ਲਈ ਜੀਵ ਨੂੰ ਨਿਰਮਲ ਸ਼ੁੱਧ ਹੋਣਾ ਚਾਹੀਏ। ਸ਼ੁੱਧ ਹੋਣ ਦਾ ਉਪਰਾਲਾ ਦੱਸਿਆ ਹੈ। ਨੰਬਰ 1, ਆਸ ਅੰਦੇਸੇ ਦਾ ਦੂਰ ਕਰਨਾ, ਅੰਕ 4। ਨੰਬਰ 2, ਨਾਮ ਵਿੱਚ ਲੱਗ ਜਾਣਾ, ਅੰਕ 7 ਅਤੇ 8। ਨੰਬਰ 3, ਤੇ ਗੁਰੂ ਨੂੰ ਪ੍ਰਾਪਤ ਹੋਣਾ, ਅੰਕ 1 ਅਤੇ 3। ਜਾਪਦਾ ਹੈ ਕਿਸੇ ਨੇ ਪ੍ਰਸ਼ਨ ਕੀਤਾ ਹੈ ਕਿ ਕਿਵੇਂ ਵਾਹਿਗੁਰੂ ਵਿੱਚ ਲੀਨ ਹੋਵਾਂ, ਉਸ ਪ੍ਰਥਾਏ ਉਪਦੇਸ਼ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਗੁਰ ਤੇ ਨਿਰਮਲ ਜਾਣੀਐ, ਨਿਰਮਲ ਦੇਹ ਸਰੀਰ। ਨਿਰਮਲ ਸਾਚੋ ਮਨ ਵਸੈ, ਸੋ ਜਾਣੈ ਅਬ ਪੀਰ। ਸਹਿਜੈ ਤੇ ਸੁਖ ਅਗਲੋ, ਨਾ ਲਾਗੈ ਜਮ ਤੀਰ। ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਇ। ਨਿਰਮਲ ਸਾਚਾ ਏਕ ਤੂ, ਹੋਰ ਮੈਲ ਭਰੀ ਸਭ ਜਾਇ। ਰਹਾਉ। ਅਰਥ ਰਹਾਉ ਤੋਂ ਤੁਰੇਗਾ। ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਇ। ਨਿਰਮਲ ਸਾਚਾ ਏਕ ਤੂ, ਹੋਰ ਮੈਲ ਭਰੀ ਸਭ ਜਾਇ। ਰਹਾਉ। ਹੇ ਭਾਈ, ਨਿਰਮਲ ਜਲ ਨੂੰ ਨਿਰਮਲ ਜਲ ਪ੍ਰਾਪਤ ਹੋ ਸਕਦਾ ਹੈ। ਅਸੀਂ ਮੈਲੇ ਹਾਂ, ਸੋ ਨਿਰਮਲ ਹੋਵੀਏ ਤਾਂ ਨਿਰਮਲ ਪ੍ਰਭੂ ਵਿੱਚ ਪਹੁੰਚਾਂਗੇ। ਨਿਰਮਲ ਹੋਣ ਦਾ ਤਰੀਕਾ ਇਹ ਹੈ, ਨਿਰਮਲ ਜਲ ਨਾਲ ਨਹਾਤਿਆਂ ਜਿਵੇਂ ਸਰੀਰ ਦੀ ਮੈਲ ਨਹੀਂ ਰਹਿੰਦੀ, ਤਿਵੇਂ ਮਨ ਨਿਰਮਲ ਹੁੰਦਾ ਹੈ ਨਾਮ ਜਲ ਨਾਲ। ਕਿਉਂਕਿ ਜਿਸ ਦਾ ਇਹ ਨਾਮ ਹੈ ਉਹ ਨਿਰਮਲ ਹੈ। ਸੋ ਹੇ ਹਰੀ, ਇੱਕ ਤੂੰ ਹੀ ਹੈ ਜੋ ਸੱਚਾ ਨਿਰਮਲ ਹੈ, ਹੋਰ ਸਭ ਟਿਕਾਣੇ ਮੈਲ ਭਰੇ ਹਨ। ਰਹਾਉ। ਪ੍ਰਸ਼ਨ। ਇਸ ਨਿਰਮਲ ਹਰੀ ਨੂੰ ਫੇਰ ਕਿਵੇਂ ਪਛਾਣੀਏ? ਉੱਤਰ ਦਿੰਦੇ ਹਨ। ਗੁਰ ਤੇ ਨਿਰਮਲ ਜਾਣੀਐ, ਨਿਰਮਲ ਦੇਹ ਸਰੀਰ। ਗੁਰੂ ਤੋਂ ਨਿਰਮਲ ਹਰੀ ਨੂੰ ਜਾਣ ਲਈਦਾ ਹੈ। ਫਿਰ ਆਪਣੀ ਦੇਹ ਤੇ ਦੇਹ ਦੇ ਅੰਦਰ ਵਸਦਾ ਸੂਖਮ ਸਰੀਰ ਦੋਏ ਨਿਰਮਲ ਹੋ ਜਾਂਦੇ ਹਨ। ਨਿਰਮਲ ਸਾਚੋ ਮਨ ਵਸੈ, ਸੋ ਜਾਣੈ ਅਬ ਪੀਰ। ਤਦ ਸਾਡੇ ਨਿਰਮਲ ਹੋਏ ਮਨ ਵਿੱਚ ਉਹ ਸਤ ਸਰੂਪ ਤੇ ਸ਼ੁੱਧ ਹਰੀ ਆ ਵਸਦਾ ਹੈ। ਕਿਉਂਕਿ ਉਹੀ ਜਾਣਦਾ ਹੈ ਸਾਡੇ ਮਨ ਦੀ ਬਿਰਹਿ ਭਾਵ ਪੀੜਾ ਨੂੰ। ਸਹਿਜੈ ਤੇ ਸੁਖ ਅਗਲੋ, ਨਾ ਲਾਗੈ ਜਮ ਤੀਰ। ਉਹ ਸ਼ੁੱਧ ਹੁੰਦੇ ਨਾਲ ਸਾਨੂੰ ਮੇਲ ਲੈਂਦਾ ਹੈ। ਇਸ ਸਹਿਜ ਗਿਆਨ ਨਾਲ ਬਹੁਤਾ ਸੁਖ ਪ੍ਰਾਪਤ ਹੁੰਦਾ ਹੈ। ਇਥੋਂ ਤਾਈਂ ਕਿ ਫੇਰ ਜੀਵ ਨੂੰ ਜਮ ਦਾ ਤੀਰ ਵੀ ਨਹੀਂ ਵੱਜਦਾ, ਭਾਵ ਜਮ ਦੀ ਪਹੁੰਚ ਤੋਂ ਸ਼ੁੱਧ ਹੋਇਆ ਜੀਵ ਉੱਚਾ ਨਿਕਲ ਜਾਂਦਾ ਹੈ। ਪ੍ਰਸ਼ਨ। ਜਦ ਇੱਕੋ ਉਹ ਨਿਰਮਲ ਹੈ, ਤਾਂ ਫਿਰ ਇਹ ਜਗਤ ਸਾਰਾ ਹੀ ਮੈਲਾ ਹੋਇਆ? ਉੱਤਰ ਦਿੰਦੇ ਹਨ। ਹਰਿ ਕਾ ਮੰਦਰ ਸੋਹਣਾ, ਕੀਆ ਕਰਨੈ ਹਾਰ। ਹੇ ਭਾਈ, ਇਹ ਜਗਤ ਉਸ ਸ਼ੁੱਧ ਸਰੂਪ ਹਰੀ ਦਾ ਹੀ ਸੋਹਣਾ ਮੰਦਰ ਹੈ, ਜੋ ਉਸ ਰਚਨਹਾਰ ਨੇ ਆਪ ਰਚਿਆ ਹੈ। ਰਵ ਸਸ ਦੀਪ ਅਨੂਪ ਜੋਤ, ਤੇਰੇ ਭਵਨ ਜੋਤ ਅਪਾਰ। ਇਸ ਵਿੱਚ ਸੂਰਜ ਚੰਦਰਮਾ ਆਦਿ ਮਾਨੋ ਦੀਵੇ ਰਚੇ ਹਨ, ਜੋ ਸੁੰਦਰ ਚਾਨਣਾ ਦੇ ਰਹੇ ਹਨ। ਪਰ ਇਹਨਾਂ ਵਿੱਚ ਅਤੇ ਤਿੰਨਾਂ ਲੋਕਾਂ ਵਿੱਚ ਉਸ ਦੀ ਅਮਿਤ ਜੋਤ ਹੀ ਪ੍ਰਕਾਸ਼ ਦੇ ਰਹੀ ਹੈ। ਹਾਟ ਪਟਨ ਗੜ ਕੋਠੜੀ, ਸੱਚ ਸੌਦਾ ਵਾਪਾਰ। ਇਸ ਜਗਤ ਵਿੱਚ ਫਿਰ ਹੱਟੀਆਂ, ਸ਼ਹਿਰ, ਕਿਲੇ ਤੇ ਮਕਾਨ ਹਨ।
ਜੋ ਸੱਚ ਰੂਪੀ ਸੌਦਾ ਤੇ ਵਪਾਰ ਕਰਨੇ ਲਈ ਰਚੇ ਗਏ ਹਨ। ਗਿਆਨ ਅੰਜਨ ਭੈ ਭੰਜਨਾ, ਦੇਖ ਨਿਰੰਜਨ ਪਾਇ। ਪ੍ਰਸ਼ਨ, ਐਸਾ ਹਰੀ ਕਿਵੇਂ ਮਿਲੇ? ਉੱਤਰ, ਜਿਸ ਨੇ ਜਮ ਦਾ ਭੈ ਦੂਰ ਕਰਨੇ ਵਾਲਾ ਗਿਆਨ ਦਾ ਸੁਰਮਾ ਅੱਖਾਂ ਵਿੱਚ ਪਾ ਲਿਆ ਹੈ, ਉਸ ਨੇ ਪ੍ਰੇਮ ਕਰਕੇ ਹਰੀ ਦੇਖ ਲਿਆ ਹੈ। ਗੁਪਤ ਪ੍ਰਗਟ ਸਭ ਜਾਣੀਐ, ਜੇ ਮਨ ਰਾਖੈ ਠਾਇ। ਹਾਂ, ਜੇ ਮਨ ਨੂੰ ਟਿਕਾਣੇ ਰੱਖੀਏ ਤਾਂ ਗੁਪਤ ਪ੍ਰਗਟ ਹਰੀ ਨੂੰ ਸਭ ਹਾਲਤਾਂ ਵਿੱਚ ਜਾਣ ਲਈਦਾ ਹੈ। ਐਸਾ ਸਤਿਗੁਰ ਜੇ ਮਿਲੈ, ਤਾ ਸਹਿਜੇ ਲਏ ਮਿਲਾਇ। ਐਸਾ ਸਤਿਗੁਰੂ ਜੇ ਮਿਲ ਪਵੇ ਤਾਂ ਉਹ ਜੀਵ ਨੂੰ ਸਹਿਜ ਦੁਆਰਾ ਹਰੀ ਨਾਲ ਮਿਲਾ ਲਵੇਗਾ। ਸ਼ਬਦ ਦੀ ਪਹਿਲੀ ਸਤਰ ਵਿੱਚ ਦੱਸ ਆਏ ਹਨ ਕਿ ਗੁਰੂ ਨਿਰਮਲ ਹੋਣਾ ਦੱਸਦਾ ਹੈ। ਇੱਥੇ ਉਸ ਗੁਰੂ ਦੇ ਲੱਛਣ ਕੀਤੇ ਹਨ। ਕਸ ਕਸਵੱਟੀ ਲਾਈਐ, ਪਰਖੇ ਹਿਤ ਚਿਤ ਲਾਇ। ਗੁਰੂ ਫੇਰ ਪਰਖਦਾ ਹੈ ਚਿੱਤ ਲਾ ਕੇ, ਭਾਵ ਗੌਰ ਨਾਲ। ਪਰ ਗੁਰੂ ਨਾਲ ਹੀ ਹਿੱਤ ਲਾ ਕੇ ਵੀ ਪਰਖਦਾ ਹੈ। ਜਿਵੇਂ ਕਿ ਸੋਨੇ ਦੀ ਪਰਖਣਾ ਕਸਵੱਟੀ ਉੱਤੇ ਕਸ ਲਾ ਕੇ ਕਰੀਦੀ ਹੈ, ਤਿਵੇਂ ਇਹ ਪਰਖਣਾ ਵੀ ਸੱਚ ਦੀ ਕਸਵੱਟੀ ਤੇ ਕਸ ਲਾ ਕੇ ਕਰੀਦੀ ਹੈ। ਖੋਟੇ ਠੌਰ ਨਾ ਪਾਇਨੀ, ਖਰੇ ਖਜ਼ਾਨੈ ਪਾਇ। ਤਦ ਖੋਟੇ ਟਿਕਾਊ ਨਹੀਂ ਪਾਉਂਦੇ, ਪਰ ਖਰੇ ਖਜ਼ਾਨੇ ਵਿੱਚ ਪੈ ਜਾਂਦੇ ਹਨ। ਆਸ ਅੰਦੇਸਾ ਦੂਰ ਕਰ, ਇਉ ਮਲ ਜਾਏ ਸਮਾਏ। ਸੋ ਤੂੰ ਗੁਰੂ ਦੇ ਆਖੇ ਲੱਗ ਕੇ ਆਸ ਤੇ ਅੰਦੇਸੇ ਦੂਰ ਕਰ ਦੇ, ਇਉਂ ਮੈਲ ਦੂਰ ਹੋ ਜਾਏਗੀ। ਪ੍ਰਸ਼ਨ, ਆਸ ਅੰਦੇਸਾ ਕਿਵੇਂ ਦੂਰ ਹੋਵੇ? ਉੱਤਰ ਦਿੰਦੇ ਹਨ, ਸੁਖ ਕਉ ਮੰਗੈ ਸਭ ਕੋ, ਦੁਖ ਨਾ ਮੰਗੈ ਕੋਇ। ਸਭ ਕੋਈ ਸੁਖ ਹੀ ਸੁਖ ਮੰਗਦਾ ਹੈ, ਦੁਖ ਕੋਈ ਵੀ ਨਹੀਂ ਮੰਗਦਾ। ਸੁਖੈ ਕਉ ਦੁਖ ਅਗਲਾ, ਮਨਮੁਖ ਬੂਝ ਨਾ ਹੋਇ। ਪਰ ਮਨਮੁਖ ਜਗਤ ਨੂੰ ਇਹ ਸੋਝੀ ਨਹੀਂ ਹੁੰਦੀ ਕਿ ਸੁੱਖਾਂ ਦੀ ਆਸ ਰੱਖਦਿਆਂ ਉਹਨਾਂ ਦੀ ਅਪੂਰਨਤਾ ਵੇਲੇ ਸਗੋਂ ਬਹੁਤਾ ਦੁੱਖ ਹੁੰਦਾ ਹੈ। ਸੁਖ ਦੁਖ ਸਮ ਕਰ ਜਾਣੀਐ ਹੈ, ਸ਼ਬਦ ਭੇਦ ਸੁਖ ਹੋਏ। ਆਸ ਅੰਦੇਸਾ ਕਿਵੇਂ ਦੂਰ ਹੋਵੇ? ਮਹਾਰਾਜ ਕਹਿੰਦੇ, ਦੁੱਖ ਤੇ ਸੁੱਖ ਨੂੰ ਇੱਕ ਸਮ ਕਰਕੇ ਜਾਣੀਏ ਤਾਂ ਆਸ ਅੰਦੇਸਾ ਦੂਰ ਹੁੰਦਾ ਹੈ। ਪਰ ਸਮ ਕਰ ਤਾਂ ਜਾਣੀਦਾ ਹੈ ਜੇ ਸ਼ਬਦ ਨਾਮ ਦੁਆਰਾ ਮਨ ਨੂੰ ਵਾਹਿਗੁਰੂ ਪ੍ਰੇਮ ਨਾਲ ਵਿੰਨਣਾ ਸਿੱਖ ਲਵੇ, ਤਾਂ ਹੀ ਸੁੱਖ ਹੁੰਦਾ ਹੈ। ਪ੍ਰਸ਼ਨ, ਵੇਦ ਪੁਰਾਣ ਵਿੱਚ ਬਿਆਸ ਆਦਤਾਂ ਕਰਮ ਜਾਂ ਗਿਆਨ ਦੱਸਦੇ ਹਨ, ਆਪ ਦੱਸੋ। ਗੁਰੂ ਜੀ ਕਹਿਣ ਲੱਗੇ, ਸੁਣ ਭਾਈ, ਵੇਦ ਪੁਕਾਰੇ ਵਾਚੀਐ, ਬਾਣੀ ਬ੍ਰਹਮ ਬਿਆਸ। ਜੇ ਬ੍ਰਹਮਾ ਦਾ ਵੇਦ ਸੰਗ੍ਰਹਿ ਜਾਂ ਵਿਆਸਕ੍ਰਿਤ ਬਾਣੀ ਵੇਦ ਸੂਤਰ ਸਿਮਰਤੀਆਂ ਤੇ ਪ੍ਰਾਣ ਵਾਚੀਏ ਤਾਂ ਉਹ ਪੁਕਾਰ ਕੇ ਕਹਿ ਰਹੇ ਹਨ, ਮਨ ਜਨ ਸੇਵਕ ਸਾਧਿਕਾ, ਨਾਮ ਰਤੇ ਗੁਣਤਾਸ। ਕਿ ਮੁਨੀ ਲੋਕ ਭਾਵ ਰਿਖੀ, ਸੇਵਕ ਭਗਤ ਤੇ ਸਾਧਕ ਸਾਧਨਾ ਕਰਨ ਵਾਲੇ ਸਾਰੇ ਨਾਮ ਵਿੱਚ ਜਦ ਰਤੇ ਗਏ ਤਾਂ ਬ੍ਰਹਮ ਨੂੰ ਪਹੁੰਚੇ, ਕਿਉਂਕਿ ਸਭ ਗੁਣਾਂ ਦਾ ਸਾਗਰ ਨਾਮ ਹੀ ਹੈ। ਸੱਚ ਰਤੇ ਸੇ ਜਿਨ ਗਏ, ਹਉ ਸਦ ਬਲਿਹਾਰੈ ਜਾਸ। ਇਉਂ ਜੋ ਪ੍ਰਭੂ ਸਤ ਸਰੂਪ ਵਿੱਚ ਰਚੇ, ਉਹ ਆਪਣਾ ਜੀਵਨ ਜਿੱਤ ਗਏ। ਮੈਂ ਉਹਨਾਂ ਤੋਂ ਸਦਾ ਸਦਕੇ ਹਾਂ। ਚਹੁ ਜੁਗ ਮੈਲੇ ਮਲ ਭਰੇ, ਜਿਨ ਮੁਖ ਨਾਮ ਨ ਹੋਏ। ਸੋ ਭਾਈ, ਨਾਮ ਰਤੇ ਹੀ ਨਿਰਮਲ ਹਨ ਤੇ ਨਿਰਮਲ ਪ੍ਰਭੂ ਵਿੱਚ ਪ੍ਰਾਪਤ ਹੁੰਦੇ ਹਨ। ਪਰੰਤੂ ਜਿਨ੍ਹਾਂ ਦੇ ਮੁਖ ਵਿੱਚ ਨਾਮ ਨਹੀਂ ਹੁੰਦਾ, ਉਹ ਚਹੁ ਜੁਗਾਂ ਵਿੱਚ
ਮੈਲ ਹੀ ਮੈਲ ਨਾਲ ਭਰੇ ਹੋਏ ਮੈਲੇ ਹੀ ਰਹਿੰਦੇ ਹਨ। ਭਗਤੀ ਭਾਏ ਵਿਹੂਣਿਆ, ਮੋਹ ਕਾਲਾ ਪਤ ਖੋਏ। ਉਹ ਭਗਤੀ ਭਾਵ ਤੋਂ ਸਖਣੇ, ਉਹ ਪਤ ਗੁਆ ਕੇ ਕਾਲੇ ਮੂੰਹ ਨਾਲ ਜਾਂਦੇ ਹਨ। ਅਥਵਾ ਲੋਕ ਵਿੱਚ ਮੂੰਹ ਕਾਲਾ ਤੇ ਪਰਲੋਕ ਵਿੱਚ ਬੇਪਤੀ ਹੁੰਦੀ ਹੈ। ਜਿਨੀ ਨਾਮ ਵਿਸਾਰਿਆ, ਅਵਗੁਣ ਮੁਠੀ ਰੋਏ। ਗੱਲ ਕੀ, ਜਿਨ੍ਹਾਂ ਨੇ ਨਾਮ ਦਾ ਵਿਸਾਰਾ ਕੀਤਾ ਹੈ, ਉਹ ਵਿਸਾਰੇ ਰੂਪ ਅਵਗੁਣਾਂ ਦੇ ਕਾਰਨ ਮੁੱਠੇ ਠੱਗੇ ਜਾਂਦੇ ਹਨ ਤੇ ਅੰਤ ਠੱਗੇ ਗਏ ਪੁਰਸ਼ ਵਾਂਗੂ ਰੋਂਦੇ ਹਨ। ਖੋਜਤ ਖੋਜਤ ਪਾਇਆ, ਡਰ ਕਰ ਮਿਲੈ ਮਿਲਾਏ। ਸੋ ਜਿਨ੍ਹਾਂ ਨੇ ਵਾਹਿਗੁਰੂ ਦਾ ਡਰ ਮੰਨ ਕੇ ਉਸ ਨੂੰ ਖੋਜਿਆ, ਉਹਨਾਂ ਨੇ ਖੋਜਦਿਆਂ ਖੋਜਦਿਆਂ ਗੁਰੂ ਨੂੰ ਪਾ ਲਿਆ। ਆਪ ਪਛਾਣੈ ਘਰ ਵਸੈ, ਹਉਮੈ ਤ੍ਰਿਸ਼ਨਾ ਜਾਏ। ਉਹ ਫੇਰ ਗੁਰੂ ਦੇ ਮਿਲਾਇਆ ਵਾਹਿਗੁਰੂ ਨੂੰ ਮਿਲ ਪਏ। ਉਹ ਆਪੇ ਨੂੰ ਪਛਾਣ ਲੈਂਦੇ ਹਨ। ਫਿਰ ਉਹ ਆਪਣੇ ਸਰੂਪ ਵਿੱਚ ਵਸਦੇ ਹਨ। ਉਹਨਾਂ ਦੀ ਹਉਮੈ ਤੇ ਹਉਮੈ ਤੋਂ ਉਪਜੀ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ। ਨਾਨਕ ਨਿਰਮਲ ਊਜਲੇ, ਜੋ ਰਾਤੇ ਹਰਿ ਨਾਏ। ਹੇ ਨਾਨਕ, ਉਹੀ ਨਿਰਮਲ ਹਨ, ਉਹੀ ਉਜਲ ਹਨ ਜੋ ਹਰ ਨਾਮ ਵਿੱਚ ਰਤੇ ਰਹਿੰਦੇ ਹਨ। ਅਰਥਾਤ ਨਾਮ ਨਾਲ ਸ਼ੁੱਧ ਹੋ ਜਾਣ ਕਰਕੇ ਸ਼ੁੱਧ ਪਰਮਾਤਮਾ ਦੇਵ ਵਿੱਚ ਮਿਲ ਜਾਂਦੇ ਹਨ। ਵਿਆਖਿਆ। ਇਸ ਸ਼ਬਦ ਦੀ ਸਪਸ਼ਟ ਸਮਝ ਲਈ, ਜੋ ਰਹਿਨਮਾਈ ਸ਼ਬਦ ਦੇ ਪਦ ਪਦਾਰਥਾਂ ਤੋਂ ਮਿਲਦੀ ਹੈ, ਉਸ ਅਨੁਸਾਰ ਜੇ ਇੱਕ ਤਸਵੀਰ ਅੱਖਾਂ ਅੱਗੇ ਬੰਨ੍ਹ ਲਈਏ ਤਾਂ ਸੁਖੈਨਤਾ ਹੋ ਜਾਂਦੀ ਹੈ। ਬੈਠੇ ਹਨ ਸ੍ਰੀ ਗੁਰੂ ਜੀ। ਇੱਕ ਗੱਭਰੂ ਜੋ ਨਵਾਂ ਵਿਦਿਆ ਪਾ ਕੇ ਆਇਆ ਹੈ, ਉਹ ਪ੍ਰਸ਼ਨ ਕਰਦਾ ਹੈ ਕਿ ਹੇ ਗੁਰੂ ਜੀ, ਦੱਸੋ ਮੈਂ ਬ੍ਰਹਮ ਵਿੱਚ ਲੀਨ ਕਿਵੇਂ ਹੋਵਾਂ? ਤਾਂ ਗੁਰੂ ਜੀ ਉਸ ਨੂੰ ਆਖਦੇ ਹਨ, ਤੂੰ ਜੋ ਵਿਆਸ ਕ੍ਰਿਤ ਸਿਮਰਤੀਆਂ ਪੁਰਾਣ ਤੇ ਬ੍ਰਹਮਾ ਰਚਿਤ ਵੇਦ ਪੜ੍ਹ ਕੇ ਆਇਆ ਹੈ, ਲੱਛਣ ਕਰ ਬ੍ਰਹਮ ਦੇ। ਤਦ ਉਸਨੇ ਪੜ੍ਹੇ ਹੋਏ ਲੱਛਣ ਕਹੇ ਤੇ ਉਹਨਾਂ ਵਿੱਚ ਦੱਸਿਆ ਕਿ ਬ੍ਰਹਮ ਨਿਰਮਾਏ ਹੈ, ਇੱਕ ਹੈ, ਸ਼ੁੱਧ ਸਰੂਪ ਹੈ। ਤਦ ਗੁਰੂ ਜੀ ਨੇ ਕਿਹਾ ਕਿ ਤੂੰ ਆਪਣੇ ਲੱਛਣ ਕਰ। ਉਸਨੇ ਆਪਣੇ ਮਾਨ ਸਰੀਰ ਦੇ ਲੱਛਣ ਕੀਤੇ, ਜੋ ਮਾਇਆ ਮੈਲ ਨਾਲ ਵੇੜਿਤ ਲੱਛਣ ਸਨ। ਗੁਰੂ ਜੀ ਨੇ ਫਰਮਾਇਆ, ਜੇ ਮੈਲਾ ਜਲ ਨਿਰਮਲ ਜਲ ਵਿੱਚ ਪਾਵੇਂ ਤਾਂ ਕੌਣ ਪਾਉਣ ਦੇਵੇਗਾ? ਜੇ ਨਿਰਮਲ ਜਲ ਪਾਵੇਂ ਨਿਰਮਲ ਜਲ ਵਿੱਚ ਤਾਂ ਪਾ ਸਕੇਗਾ। ਸਜਾਤੀ ਵਿੱਚ ਸਜਾਤੀ ਮਿਲਦਾ ਹੈ, ਵਿਜਾਤੀ ਤਾਂ ਸਜਾਤੀ ਵਿੱਚ ਨਹੀਂ ਮਿਲ ਸਕਦਾ, ਤੇ ਮੈਲਾ ਨਿਰਮਲ ਵਿੱਚ ਕਿਵੇਂ ਅਭੇਦ ਹੋ ਸਕਦਾ ਹੈ? ਸੋ ਜੇ ਤੂੰ ਆਪੇ ਨੂੰ ਨਿਰਮਲ ਕਰ ਲਵੇਂ ਤਾਂ ਸ਼ੁੱਧ ਹੋਇਆਂ ਆਤਮਾ ਸਦਾ ਸ਼ੁੱਧ ਪਰਮਾਤਮਾ ਵਿੱਚ ਮਿਲ ਜਾਏਗਾ। ਫਿਰ ਸ੍ਰੀ ਗੁਰੂ ਜੀ ਨੇ ਉਸ ਨੂੰ ਜਾਚ ਦੱਸੀ ਸ਼ੁੱਧ ਜਾਂ ਨਿਰਮਲ ਹੋਣ ਦੀ, ਜੋ ਇਉਂ ਹੈ। ਅੰਕ 1 ਰਹਾਉ ਤੇ ਅੰਕ 2 ਵਾਹਿਗੁਰੂ ਨਿਰਮਲ ਹੈ, ਹੋਰ ਸਭ ਟਿਕਾਣੇ ਮੈਲੇ ਹਨ। ਜੋ ਟਿਕਾਣੇ ਲੋਕਾਂ ਨੇ ਆਸਰੇ ਲਈ ਲਏ, ਉਹ ਮਾਇਆ ਮੈਲ ਰੱਖਦੇ ਹਨ, ਚਾਹੋ ਥੋੜੀ ਚਾਹੋ ਲੇਸ਼ ਮਾਤਰ। ਸ਼ੁੱਧ ਨਿਰਮਲ ਟਿਕਾਣਾ ਇੱਕੋ ਅਕਾਲ ਪੁਰਖ ਹੈ। ਉਸ ਦੀ ਪ੍ਰਾਪਤੀ ਲਈ ਗੁਰੂ ਦੀ ਲੋੜ ਹੈ। ਉਹ ਉਸ ਸੱਚੇ ਦਾ ਨਾਮ ਦੇਵੇਗਾ, ਉਸ ਨਾਲ ਕੂੜ ਦੀ ਮੈਲ ਦੂਰ ਹੋਵੇਗੀ, ਆਪ ਸੱਚ ਹੋ ਪ੍ਰਗਟੇਗਾ। ਉਸ ਨੂੰ ਫਿਰ ਸਤ ਸਰੂਪ ਸੱਚਾ ਆਪਣੇ ਨਾਲ ਮੇਲ ਲਏਗਾ। ਇਹ ਜਗਤ ਜਾਂ ਇਹ ਸਰੀਰ ਜਿਸ ਨੇ ਰਚਿਆ ਹੈ, ਆਪਣੇ ਰਹਿਣੇ ਲਈ ਰਚਿਆ ਸੀ। ਭਾਵ ਇਹ ਕਿ ਇਹ ਸਾਜਨਾ ਤਾਂ ਵਾਹਿਗੁਰੂ ਜੀ ਦੇ ਪ੍ਰੇਮ ਕਰਨ ਕਰਾਉਣ ਲਈ ਸੋਹਣੀ ਸ਼ੈ ਹੈ, ਪਰ ਇਸ ਵਿੱਚ ਮਾਇਕ ਪ੍ਰੇਮ ਇੱਕ ਹਨੇਰਾ ਪੈ ਜਾਂਦਾ ਹੈ। ਉਸ ਹਨੇਰੇ ਤੋਂ ਨਿਕਲਿਆ ਹੋਇਆ ਗੁਰੂ ਚਾਹੀਦਾ ਹੈ, ਜੋ ਇਹ ਗੱਲ ਸਮਝਦਾ ਹੈ ਕਿ ਇਹੋ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਵਾਰ ਆਸਾ ਮਹੱਲਾ ਪਹਿਲਾ। ਉਹ ਭੈ ਰਹਿਤ ਤੇ ਗਿਆਨਵਾਨ, ਮਾਇਆ ਰਹਿਤ ਗੁਰੂ ਹੀ ਜੀਵ ਨੂੰ ਸ਼ੁੱਧ ਕਰਕੇ ਮੇਲ ਦੇਂਦਾ ਹੈ, ਕਿਉਂਕਿ ਉਹ ਆਪ ਜੋਤ ਨਿਰੰਜਨੀ ਨੂੰ ਮਿਲ ਰਿਹਾ ਹੈ। ਉਸ ਨੂੰ ਜਾਚ ਹੈ ਹੋਰਨਾਂ ਨੂੰ ਮੇਲ ਦੇਣ ਦੀ।
ਅੰਕ 3 ਅਤੇ 4 ਵਿੱਚ ਦੱਸਦੇ ਹਨ, ਜਦੋਂ ਜੀਵ ਸ਼ੁੱਧ ਹੋ ਜਾਂਦਾ ਹੈ ਉਸ ਦੀ ਪਰਖ ਹੁੰਦੀ ਹੈ। ਪਰਖ ਪੂਰੀ ਤਵੱਜੋ ਨਾਲ ਹੁੰਦੀ ਹੈ, ਪਰ ਵਿਰੋਧ ਭਾਵ ਨਾਲ ਨਹੀਂ। ਹਿੱਤ ਦੇ ਭਾਵ ਨਾਲ ਪਰਖ ਹੁੰਦੀ ਹੈ। ਹਿੱਤ ਚਿੱਤ ਦਾ ਇਹ ਭਾਵ ਹੈ, ਸੋ ਖਰੇ ਉਸ ਸਦਾ ਖਰੇ ਦੇ ਸਰੂਪ ਰੂਪੀ ਖਜ਼ਾਨੇ ਵਿੱਚ ਪੈ ਜਾਂਦੇ ਹਨ, ਜੋ ਅਜੇ ਵੀ ਕੁਝ ਖੋਟ ਕੇ ਰਲੇ ਵਾਲੇ ਹਨ, ਅਰਥਾਤ ਜਰਾ ਭਰ ਵੀ ਮਾਇਆ ਦੇ ਰਲੇ ਵਾਲੇ ਹੁੰਦੇ ਹਨ, ਉਹ ਨਹੀਂ ਖਜ਼ਾਨੇ ਪੈਂਦੇ। ਭਾਵ ਪਰਮਾਤਮਾ ਸਰੂਪ ਵਿੱਚ ਲੀਨ ਨਹੀਂ ਕੀਤੇ ਜਾਂਦੇ। ਅੰਕ 4 ਦੇ ਅਖੀਰ ਦੂਸਰੀ ਗੱਲ ਦੱਸਦੇ ਹਨ ਕਿ ਗੁਰੂ ਜੋ ਨਾਮ ਦੀ ਜਾਚ ਦੱਸੇਗਾ ਤੇ ਉਪਦੇਸ਼ ਦੇਵੇਗਾ, ਉਸ ਦਾ ਜੇ ਠੀਕ ਵਰਤਾਓ ਕਰੇਗਾ ਤਾਂ ਤੇਰਾ ਆਸਾ ਅੰਦੇਸਾ ਦੂਰ ਹੋ ਜਾਏਗਾ। ਨਾ ਤਾਂ ਤੂੰ ਮਾਇਕ ਪਦਾਰਥਾਂ ਦੀ ਪ੍ਰਾਪਤੀ ਦੀ ਆਸ ਬੰਨੇਗਾ, ਨਾ ਸੰਸਾਰ ਦੇ ਦੁੱਖਾਂ ਦੇ ਆ ਪੈਣ ਕੇ ਪਦਾਰਥਾਂ ਦੇ ਨਸ਼ਟ ਹੋਣ ਦੇ ਫਿਕਰ ਤੈਨੂੰ ਖਾਣਗੇ। ਇਹ ਮਨ ਵਿੱਚੋਂ ਦੋ ਚੀਜ਼ਾਂ ਦਾ ਨਿਕਲ ਜਾਣਾ ਤੈਨੂੰ ਸ਼ੁੱਧ ਕਰੇਗਾ। ਇਸੇ ਕਰਕੇ ਅੰਕ 5 ਵਿੱਚ ਫਰਮਾਉਂਦੇ ਹਨ ਕਿ ਜੇ ਤੂੰ ਸੁੱਖਾਂ ਦੇ ਲੈਣ ਦੀ ਆਸ ਛੱਡ ਦੇਵੇਂਗਾ ਤੇ ਸੁੱਖਾਂ ਦੇ ਗੁਆਚ ਜਾਣ ਦਾ ਵੀ ਤੌਖਲਾ ਛੱਡ ਦੇਵੇਂਗਾ ਤਾਂ ਸੁਖੀ ਹੋ ਜਾਏਗਾ। ਜੇ ਸੁੱਖ ਹੀ ਸੁੱਖ ਮੰਗੇਗਾ ਤਾਂ ਇੱਕ ਸੁੱਖ ਮਗਰੋਂ ਹੋਰ ਸੁੱਖ ਨਾਲ ਨਾਲ ਉਝਾਓ ਵਧਣਗੇ। ਜਿਵੇਂ ਵਿਆਹ ਮੰਗਿਆ, ਫਿਰ ਪੁੱਤ ਮੰਗਿਆ, ਫਿਰ ਧਨ ਦੌਲਤ ਮੰਗੀ, ਪੁੱਤ ਵੱਡਾ ਹੋਇਆ ਉਸ ਦਾ ਵਿਆਹ ਮੰਗਿਆ, ਫਿਰ ਪੋਤਾ ਮੰਗਿਆ। ਇਉਂ ਸਾਰਿਆਂ ਦੇ ਦੁੱਖ ਖੇਚਲਾਂ ਬਿਮਾਰੀਆਂ ਵਿਜੋਗ ਨਾਲ ਵੱਧਦੇ ਗਏ, ਸੁੱਖਾਂ ਨਾਲ ਦੁੱਖ ਵੀ ਵਧੇ। ਸੋ ਮਨ ਆਸ ਅੰਦੇਸੇ ਵਿੱਚ ਹੀ ਰਿਹਾ, ਮੈਲਾ ਰਿਹਾ। ਇਸ ਕਰਕੇ ਦੱਸਦੇ ਹਨ ਕਿ ਸੁੱਖ ਹੀ ਸੁੱਖ ਦੀ ਮੰਗ ਨਾ ਕਰ, ਦੁੱਖ ਤੋਂ ਡਰ ਨਾ, ਸਾਮ ਅਵਸਥਾ ਵਿੱਚ ਰਹੋ। ਇੱਥੇ ਇੱਕ ਪ੍ਰਸ਼ਨ ਹੋ ਜਾਂਦਾ ਹੈ ਕਿ ਗੁਰਮੁਖ ਵੀ ਤਾਂ ਸੁੱਖ ਮੰਗਦੇ ਹਨ। ਅੰਨ ਵਸਤਰ ਵੀ ਗੁਰਬਾਣੀ ਵਿੱਚ ਮੰਗਿਆ ਹੈ, ਲਾਜ ਰਾਖੋ ਵੀ ਮੰਗਿਆ ਹੈ, ਧਨ ਪਦਾਰਥ ਵੀ ਮੰਗਿਆ ਹੈ। ਇਸ ਦਾ ਵਿਚਾਰ ਇਹ ਹੈ, ਗੁਰਮੁਖ ਨਾਮ ਤੋਂ ਕੁੱਥਾ, ਨਿਰਾ ਦੁਨੀਆ ਦੇ ਰਸਾਂ ਕਸਾਂ ਵਿੱਚ ਫਾਥਾ, ਐਸ਼ ਇਸ਼ਰਤ ਲਈ ਸੁੱਖ ਦੇ ਬਾਅਦ ਸੁੱਖ ਨਹੀਂ ਮੰਗਦਾ। ਉਹ ਤਾਂ ਨਿਰਬਾਹ ਮਾਤਰ ਮੰਗਦਾ ਹੈ, ਸਰੀਰ ਦੀਆਂ ਮੰਗਾਂ ਪੂਰਦਾ ਹੈ। ਮਨ ਉਸ ਦਾ ਨਾਮ ਨਾਲ ਨਿਰਮਲ ਹੈ, ਉਥੋਂ ਵਾਸ਼ਨਾ ਦਾ ਡੇਰਾ ਕੂਚ ਰਹਿੰਦਾ ਹੈ। ਕਦੇ ਉਹ ਨਿਰਬਾਹ ਮੰਗਦਾ ਹੈ ਤੇ ਆਪਣੇ ਦਾਤਾ ਪ੍ਰਭੂ ਤੋਂ, ਕਦੇ ਉਹ ਜਗਤ ਦੇ ਭਲੇ ਲਈ ਦਾਤਾ ਤੋਂ ਦਾਤਾ ਮੰਗਦਾ ਹੈ। ਉਹ ਪਕੜ ਤੇ ਅੰਧਕਾਰ ਵਿੱਚ ਨਹੀਂ, ਮਾਇਕ ਸੁੱਖਾਂ ਦਾ ਲੋਭ ਉਸ ਅੰਦਰ ਨਹੀਂ। ਸੋ ਹੁਣ ਤੱਕ ਗੁਰੂ ਜੀ ਨੇ ਉਸ ਨੂੰ ਸਾਰਾ ਕੁਝ ਦੱਸ ਦਿੱਤਾ ਹੈ, ਪਰ ਮੁੱਖ ਲੋੜ ਗੁਰੂ ਤੇ ਗੁਰੂ ਦੇ ਦਿੱਤੇ ਨਾਮ ਦੀ ਤੇ ਉਸ ਦੇ ਉਪਦੇਸ਼ ਆਸ ਅੰਦੇਸੇ ਤੌਖਲੇ ਲਾਣ ਵਾਲੇ ਸਾਮਾਨਾਂ ਦੇ ਦੂਰ ਕਰਨ ਦੀ ਦੱਸੀ ਹੈ। ਉਹ ਹੁਣ ਵੇਦ ਪੁਰਾਣ ਸਿਮਰਤੀਆਂ ਉਪਨਿਸ਼ਦਾਂ ਸ਼ਾਸਤਰਾਂ ਆਦਿ ਦਾ ਨਾਂ ਲੈ ਕੇ ਪੁੱਛਦਾ ਹੈ ਕਿ ਇਹਨਾਂ ਦਾ ਪਠਨ ਪਾਠਨ ਕਿਆ ਨਿਰਮਲ ਨਹੀਂ ਬਣਾ ਦਿੰਦਾ। ਤਾਂ ਆਪ ਜੀ ਅੰਕ 6 ਵਿੱਚ ਫਰਮਾਉਂਦੇ ਹਨ ਕਿ ਵੇਦ ਪੁਰਾਣ ਵਾਚੀ ਦੇ ਵੀ ਹਨ ਤੇ ਉਹਨਾਂ ਦੀ ਵਿਆਖਿਆ ਪੰਡਿਤ ਕਰਦੇ ਹਨ। ਮਾਨੋ ਉਹ ਗ੍ਰੰਥ ਪੁਕਾਰ ਕਰ ਰਹੇ ਹਨ, ਪਰ ਉਹ ਪੁਕਾਰ ਕੀ ਹੈ ਇਹ ਗੌਲੀ ਨਹੀਂ ਜਾਂਦੀ। ਉਹ ਵੀ ਤਾਂ ਇਹੋ ਕਹਿ ਰਹੇ ਹਨ ਕਿ ਜੋ ਨਾਮ ਵਿੱਚ ਰਤੇ ਗਏ ਉਹੀ ਸ਼ੁੱਧ ਸਤ ਸਰੂਪ ਹੋਏ ਹਨ, ਉਹੀ ਸ਼ੁੱਧ ਸਤ ਸਰੂਪ ਪਰਮਾਤਮਾ ਨੂੰ ਪ੍ਰਾਪਤ ਹੋਏ ਹਨ। ਮੁਨੀ ਜਨ ਨਾਮ ਦਾ ਉਪਦੇਸ਼ ਕਰਦੇ ਸਨ ਤੇ ਸੇਵਕ ਤੇ ਸਾਧਨਾ ਕਰਨ ਵਾਲੇ ਸੁਣ ਕੇ ਕਮਾਈ ਕਰਦੇ ਸਨ। ਉਸ ਦੀ ਇਹ ਨਿਸ਼ਾ ਕਰਕੇ ਹੁਣ ਅੰਕ 7 ਵਿੱਚ ਸਿਧਾਂਤ ਰੂਪ ਕਰਕੇ ਉਹ ਗੱਲ ਮਾਨੋ ਦੁਹਰਾਉਂਦੇ ਹਨ, ਮਨਮੁਖਾਂ ਦੀ ਬਿਪਤਾ ਦੀ, ਕਿ ਜੋ ਨਾਮ ਵਿਹੂਣੇ ਹਨ ਉਹ ਹਉਮੈ ਤੇ ਵਾਸ਼ਨਾ ਤ੍ਰਿਸ਼ਨਾ ਵਿੱਚ ਹਨ। ਉਹਨਾਂ ਦਾ ਇੱਕ ਮਾਇਕ ਗੇੜ ਤੁਰ ਰਿਹਾ ਹੈ। ਉਹ ਇਹਨਾਂ ਮੈਲਾਂ ਨਾਲ ਭਰੇ ਜੰਮਦੇ ਮਰਦੇ, ਮੁੜ ਜੰਮਦੇ ਮੁੜ ਮਰਦੇ ਰਹਿੰਦੇ ਹਨ। ਇਉਂ ਹਰ ਯੁੱਗ ਵਿੱਚ ਮੈਲ ਭਰੇ ਹੀ ਤੁਰ ਰਹੇ ਨੇ। ਉਹਨਾਂ ਦੇ ਅੰਦਰ ਨਾਮ ਨਹੀਂ, ਵਾਹਿਗੁਰੂ ਨਾਲ ਭਗਤੀ ਪ੍ਰੇਮ ਭਾਵ ਨਹੀਂ, ਮਾਇਕ ਗੇੜ ਵਿੱਚ ਫਸੇ ਦੁੱਖ ਪਾਉਂਦੇ ਹਨ। ਅੰਕ 8 ਵਿੱਚ ਫਰਮਾਉਂਦੇ ਹਨ ਕਿ ਨਾਮ ਵਿੱਚ ਰਚ ਜਾਣੇ ਨਾਲ ਤੇ ਗੁਰੂ ਦੀ ਸ਼ਰਨ ਲੈਣ ਨਾਲ ਹੀ ਆਪਣਾ ਸਰੂਪ ਆਤਮ ਸਰੂਪ ਪਛਾਣ ਹੁੰਦਾ ਹੈ। ਇਸ ਪਛਾਣ ਹੋਣ ਤੇ ਹਉਮੈ ਪਰੇ ਹੋ ਜਾਂਦੀ ਹੈ। ਹਉਮੈ ਦੇ ਹਟਣ ਨਾਲ ਤ੍ਰਿਸ਼ਨਾ ਬਿਲਾ ਜਾਂਦੀ ਹੈ।
ਸੋ ਜਨਮ ਮਰਨ ਦਾ ਮੂਲ ਕੱਟ ਹੋ ਜਾਂਦਾ ਹੈ, ਨਿਰਮਲ ਉਜਲ ਤੇ ਸ਼ੁੱਧ ਹੋ ਜਾਈਦਾ ਹੈ। ਫਿਰ ਉਹ ਘਰ ਵਸੈ ਪਰਮਾਤਮਾ ਆਪਣੇ ਸਰੂਪ ਵਿੱਚ ਨਿਵਾਸ ਦੇ ਦਿੰਦਾ ਹੈ। ਨਿਰੁਕਤ ਨਿਰਮਲ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਨਿਰ ਪਲਸ ਮਲ, ਮੈਲ ਤੋਂ ਰਹਿਤ। ਉਜਲ ਪਵਿੱਤਰ, ਮੁਰਾਦ ਹੈ ਮਾਇਆ ਰਹਿਤ ਅਵਸਥਾ। ਅਬ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਅਬ ਇੱਕ ਵਿਸਰਗ ਹੈ ਜੋ ਨਿਕਟਤਾ ਆਦਿ ਭਾਵਾਂ ਲਈ ਪਦਾਂ ਨਾਲ ਲੱਗਦੀ ਹੈ। ਸੰਸਕ੍ਰਿਤੀ ਵਿੱਚ ਅਭਿਅੰਤਰ ਭਾਵ ਅੰਦਰ, ਹਿਰਦਾ, ਦਿਲ। ਇਸ ਪਾਦ ਅਭਿਅੰਤਰ ਵਿੱਚ ਕੇਵਲ ਅਬ ਤੇ ਅਬ ਭਾਵ ਐੜਾ ਭੱਬਾ ਅਤੇ ਐੜਾ ਭੱਬੇ ਸਿਹਾਰੀ ਪਦ ਗੁਰਬਾਣੀ ਵਿੱਚ ਹਿਰਦੇ ਅਰਥਾਂ ਵਿੱਚ ਵਰਤੇ ਜਾਂਦੇ ਹਨ। ਦੇਖੋ ਪਿੱਛੇ ਪੰਨਾ 537 ਤੇ। ਅਗਲੋ ਦਾ ਭਾਵ ਹੈ ਬਹੁਤਾ। ਜਮ ਤੀਰ ਦਾ ਭਾਵ ਹੈ ਜਮ ਦਾ ਬਾਣ। ਜਮ ਦੇ ਹੱਥੋਂ ਮਾਰੇ ਜਾਣ ਦਾ ਨਿਸ਼ਾਨਾ ਨਹੀਂ ਬਣਦਾ, ਭਾਵ ਹੈ ਜਮ ਪੀੜਾ ਤੋਂ ਬਚ ਜਾਂਦਾ ਹੈ। ਰਾਵ ਸਸ ਦੀਪ ਦਾ ਭਾਵ ਹੈ ਪ੍ਰਤੱਖ ਸੂਰਜ, ਚੰਦ ਆਦਿ ਦੀਵੇ ਜਾਂ ਸਰੀਰ ਦੇ ਅੰਦਰ ਦੇ ਅੰਗ ਜਾਂ ਅੰਤਰੀਵ ਟਿਕਾਣੇ। ਗਿਆਨ ਅੰਜਨ ਦਾ ਭਾਵ ਹੈ ਗਿਆਨ ਰੂਪੀ ਸੁਰਮਾ, ਭਾਵ ਗਿਆਨ ਜੋ ਅਗਿਆਨ ਦਾ ਨਾਸ਼ ਕਰਦਾ ਹੈ। ਭੈ ਭੰਜਣਾ ਦਾ ਭਾਵ ਹੈ ਭੈ ਨੂੰ ਤੋੜ ਦੇਣ ਵਾਲਾ। ਨਿਰੰਜਨ ਦਾ ਭਾਵ ਹੈ ਨਿਰ ਪਲਸ ਅੰਜਨ। ਅੰਜਨ ਭਾਵ ਮਾਇਆ ਤੋਂ ਰਹਿਤ, ਸ਼ੁੱਧ। ਵਿਆਸ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਵਿਆਸ ਇੱਕ ਰਿਸ਼ੀ ਦਾ ਨਾਮ ਹੈ ਜਿਸ ਨੇ ਵੇਦ ਸੰਕਲਿਤ ਕੀਤੇ, ਪੁਰਾਣ ਵਿਸਥਾਰੇ, ਸਿਮਰਤੀਆਂ ਰਚੀਆਂ, ਸੰਕਲਿਤ ਕੀਤੀਆਂ, ਵੇਦਾਂਤ ਸੂਤਰ ਰਚੇ। ਪਰ ਇੱਥੇ ਇਹ ਪਦ ਵਿਆਸ ਦਾ ਰੂਪ ਨਹੀਂ ਪਰ ਵਿਆਸ ਦਾ। ਵਿਆਸ ਦਾ ਅਰਥ ਹੈ ਜੋ ਕੁਝ ਵਿਆਸ ਤੋਂ ਰਚਿਆ ਗਿਆ। ਵਿਆਸ ਰਚਿਤ ਸਿਮਰਤੀ, ਸੂਤਰ, ਸੰਕਲਿਤ ਜਾਂ ਜੋੜੇ ਨਿਖੇੜੇ ਪੁਰਾਣ ਆਦਿ। ਇਹ ਪਦ ਵਿਆਸ ਵਿਆਸ ਦੇ ਅਰਥਾਂ ਵਿੱਚ ਰਵਿਦਾਸ ਜੀ ਨੇ ਵੀ ਵਰਤਿਆ ਹੈ, ਜਿਸ ਤਰ੍ਹਾਂ ਵਿਆਸ ਮਹਿ ਲੇਖੀਐ, ਮਲਾਰ ਰਵਿਦਾਸ ਜੀ। ਬ੍ਰਹਮ ਦਾ ਭਾਵ ਹੈ ਬ੍ਰਹਮਾ। ਵੇਦ ਬਾਣੀ ਵਿਆਸ ਬ੍ਰਹਮਾ, ਵੇਦ ਸੰਗ੍ਰਹਿ ਤੇ ਵਿਆਸਕ੍ਰਿਤ ਬਾਣੀ। ਜਿਨ੍ਹਾਂ ਨੇ ਮੁੱਠੀ ਮੁੱਠਿਆ ਹੋਇਆਂ ਨੇ। ਦੋਏ ਪਦ ਇਸਤਰੀ ਵਾਚਕ ਨਹੀਂ ਹਨ। ਜਿਨ੍ਹਾਂ ਦੀ ਥਾਂ ਪਦ ਜਿਨੀ ਵਰਤਿਆ ਹੈ ਤਿਵੇਂ ਮੁੱਠੇ ਦੀ ਥਾਂ ਮੁੱਠੀ ਵਰਤਿਆ ਹੈ। ਉਸ ਸਮੇਂ ਦਾ ਮੁਹਾਵਰਾ ਹੈ। ਪ੍ਰਾਕਥਨ ਆਪਣੇ ਮਨ ਨੂੰ ਸੰਬੋਧਨ ਕਰਕੇ ਜਗਿਆਸੂ ਨੂੰ ਭਾਈ ਰੇ ਕਹਿ ਕੇ ਗੁਰੂ ਸ਼ਰਨ ਲੈਣ ਅਤੇ ਨਾਮ ਸਿਮਰਨ ਦਾ ਉਪਦੇਸ਼ ਕਰਦੇ ਹਨ। ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਭੂਲੇ ਬਾਵਰੇ, ਗੁਰ ਕੀ ਚਰਨੀ ਲਾਗ। ਹੇ ਭੁੱਲੇ ਹੋਏ ਤੇ ਕਮਲੇ ਹੋਏ ਮੇਰੇ ਮਨ, ਮੇਰੀ ਸਿੱਖਿਆ ਸੁਣ ਤੇ ਗੁਰੂ ਦੀ ਚਰਨੀ ਲੱਗ ਪਾਓ। ਹਰ ਜਪ ਨਾਮ ਧਿਆਏ ਤੂੰ, ਜਮ ਡਰ ਪੈ ਦੁਖ ਭਾਗ। ਗੁਰੂ ਤੋਂ ਪੁੱਛ ਕੇ ਤੂੰ ਹਰੀ ਦਾ ਜਾਪ ਰਸਨਾ ਨਾਲ ਕਰ ਤੇ ਮਨ ਕਰਕੇ ਉਸ ਦੇ ਨਾਮ ਨੂੰ ਆਰਾਧ। ਫੇਰ ਦੁੱਖ ਤੇਥੋਂ ਦੂਰ ਨਸਣਗੇ ਤੇ ਜਮ ਤੇਥੋਂ ਡਰੇਗਾ। ਦੁਖ ਕਣੋ ਦੁਹਾਗਣੀ, ਕਿਉ ਥਿਰ ਰਹਿ ਸੁਹਾਗ। ਨਹੀਂ ਤਾਂ ਤੇਰੀ ਦਸ਼ਾ ਦੁਹਾਗਣੀਆਂ ਛੁੱਟੜ ਇਸਤਰੀਆਂ ਵਰਗੀ ਹੋ ਜਾਏਗੀ ਜਿਨ੍ਹਾਂ ਨੂੰ ਬਹੁਤ ਦੁੱਖ ਹੁੰਦਾ ਹੈ, ਕਿਉਂਕਿ ਉਹਨਾਂ ਦਾ ਸੁਹਾਗ ਥਿਰ ਹੁੰਦਿਆਂ ਹੋਇਆਂ ਵੀ ਉਹਨਾਂ ਨੂੰ ਥਿਰ ਭਾਵ ਪ੍ਰਾਪਤ ਨਹੀਂ ਰਹਿੰਦਾ। ਭਾਈ ਰੇ ਅਵਰ ਨਾਹੀ ਮੈਂ ਥਾਉ। ਹੇ ਭਾਈ, ਮੈਨੂੰ ਤਾਂ ਹੋਰ ਕੋਈ ਟਿਕਾਣਾ ਦਿਸ ਨਹੀਂ ਆਉਂਦਾ। ਮੈਂ ਧਨ ਨਾਮ ਨਿਧਾਨ ਹੈ, ਗੁਰ ਦੀਆ ਬਲ ਜਾਉ ਰਹਾਉ। ਮੇਰੇ ਪਾਸ ਇੱਕੋ ਹਰੀ ਦਾ ਨਾਮ ਰੂਪੀ ਧਨ ਹੈ ਜੋ ਮੈਨੂੰ ਗੁਰੂ ਨੇ ਦਿੱਤਾ ਹੈ। ਮੈਂ ਸਦਕੇ ਹੋ ਜਾਵਾਂ ਉਸ ਗੁਰੂ ਉਤੋਂ ਰਹਾਉ। ਗੁਰਮਤਿ ਪਤ ਸਾਬਾਸ ਤਿਸ, ਤਿਸ ਕੈ ਸੰਗ ਮਿਲਾਉ। ਜਿਸ ਗੁਰੂ ਦੀ ਮਤ ਧਾਰਨ ਕੀਤਿਆਂ ਪਤ ਬਣਦੀ ਹੈ ਉਸ ਨੂੰ ਸ਼ਾਬਾਸ਼ ਹੈ।
ਮੈਂ ਉਸ ਦੇ ਨਾਲ ਹੀ ਮਿਲਿਆ ਰਹਾ। ਤਿਸ ਬਿਨ ਘੜੀ ਨਾ ਜੀਵਾਊ, ਬਿਨ ਨਾਵੈ ਮਰ ਜਾਉ। ਉਸ ਗੁਰੂ ਤੋਂ ਬਿਨਾ ਮੈਂ ਇੱਕ ਘੜੀ ਨਾ ਜਿਉਂਦਾ ਸਕਦਾ, ਤੇ ਨਾਮ ਤੋਂ ਬਿਨਾ ਤਾਂ ਮਰ ਹੀ ਜਾਂਦਾ ਹਾਂ। ਮੈਂ ਅੰਧਲੇ ਨਾਮ ਨਾ ਵਿਸਰੈ, ਟੇਕ ਟਿਕੀ ਘਰ ਜਾਉ। ਮੈਂ ਅੰਨੇ ਨੂੰ ਕਿਵੇਂ ਨਾਮ ਨਾ ਵਿਸਰੇ, ਇਸ ਨਾਮ ਦੀ ਟੇਕ ਤੇ ਟਿਕਿਆ ਹੀ ਘਰ ਨੂੰ ਜਾਵਾਂ। ਭਾਵ ਨਾਮ ਦੀ ਟੇਕ ਤੇ ਟਿਕਿਆ ਪਰਲੋਕ ਨੂੰ ਜਾਵਾਂ। ਕਈ ਸੱਜਣ ਘਰ ਦਾ ਇੱਥੇ ਵੀ ਸਰੂਪ ਵਿੱਚ ਹੀ ਅਰਥ ਕਰਦੇ ਹਨ। ਗੁਰੂ ਜਿਨ੍ਹਾਂ ਕਾ ਅੰਧਲਾ, ਚੇਲੇ ਨਾਹੀ ਠਾਉ। ਬਿਨ ਸਤਿਗੁਰ ਨਾਉ ਨ ਪਾਈਐ, ਬਿਨ ਨਾਵੈ ਕਿਆ ਸੁਆਉ। ਕਿਉਂਕਿ ਸਤਿਗੁਰੂ ਤੋਂ ਬਿਨਾ ਨਾਮ ਪ੍ਰਾਪਤ ਨਹੀਂ ਹੁੰਦਾ, ਤੇ ਨਾਮ ਤੋਂ ਬਿਨਾ ਮਨੁੱਖ ਜਨਮ ਦਾ ਲਾਹਾ ਕੀ ਹੈ, ਭਾਵ ਕੁਛ ਨਹੀਂ। ਸੋ ਜਿਨ੍ਹਾਂ ਦਾ ਗੁਰੂ ਨਾ ਹੋਵੇ ਜਾਂ ਜਿਨ੍ਹਾਂ ਦਾ ਗੁਰੂ ਅੰਨਾ ਹੋਵੇ, ਉਸ ਦੇ ਚੇਲੇ ਨੂੰ ਕੋਈ ਟਿਕਾਣਾ ਨਹੀਂ ਲੱਜਦਾ। ਆਏ ਗਿਆ ਪਛਤਾਵਨਾ, ਜੋ ਸੁਣਿਐ ਘਰ ਕਾਉ। ਉਸ ਨੇ ਤਾਂ ਮਨੁੱਖਾ ਦੇਹ ਵਿੱਚ ਆਉਂਦੇ ਜਾਂਦੇ ਰਹਿ ਕੇ ਪੱਛੋ ਹੀ ਤਾਉਣਾ ਹੈ। ਜਿਵੇਂ ਸੁਣਿਏ ਘਰ ਵਿੱਚ ਕਾਂ ਆ ਜਾ ਕੇ ਖਾਲੀ ਜਾਂਦਾ ਹੈ, ਕਾਂ ਕਾਂ ਕਰਦਾ ਹੈ, ਕੁਝ ਵੀ ਉਸ ਨੂੰ ਪ੍ਰਾਪਤ ਨਹੀਂ ਹੁੰਦਾ। ਗੁਰੂ ਵਿਹੂਣਿਆਂ ਦੀ ਹਾਲਤ ਦੱਸ ਕੇ ਹੁਣ ਨਾਮ ਵਿਹੂਣੇ ਦੀ ਦਸ਼ਾ ਦੱਸਦੇ ਹਨ। ਬਿਨ ਨਾਵੈ ਦੁਖ ਦੇਹੋਰੀ, ਜੋ ਕੱਲਰ ਕੀ ਭੀਤ। ਜਿਵੇਂ ਕੱਲਰ ਦੀ ਬਣੀ ਕੰਧ ਨਾ ਪਾਏਦਾਰ ਹੁੰਦੀ ਹੈ, ਤਿਵੇਂ ਮਨੁੱਖ ਦੀ ਦੇਹ ਖਿਣ ਭੰਗਰ ਹੈ। ਇਸ ਨੂੰ ਨਾਮ ਤੋਂ ਬਿਨਾ ਦੁੱਖ ਗਰਸਦਾ ਰਹਿੰਦਾ ਹੈ। ਜਿਵੇਂ ਕੱਲਰ ਦੀ ਕੰਧ ਕਿਰਦੀ ਡਿੱਗਦੀ ਰਹਿੰਦੀ ਤੇ ਮੁੜ ਮੁੜ ਕੇ ਬਣਾਉਣੀ ਪੈਂਦੀ ਹੈ। ਤਬ ਲਗ ਮਹਿਲ ਨਾ ਪਾਈਐ, ਜਬ ਲਗ ਸਾਚ ਨਾ ਚੀਤ। ਨਾਮ ਦੁਆਰਾ ਪ੍ਰਾਪਤ ਹੋਣ ਵਾਲਾ ਸੱਚ ਚਿੱਤ ਵਿੱਚ ਜਦ ਤੱਕ ਪ੍ਰਾਪਤ ਨਾ ਹੋ ਜਾਵੇ, ਤਦ ਤੱਕ ਜੀਵ ਨੂੰ ਸदैवी ਟਿਕਾਉ ਦਾ ਟਿਕਾਣਾ ਅਰਥਾਤ ਸਰੂਪ ਰੂਪੀ ਪ੍ਰਾਪਤੀ ਨਹੀਂ ਹੁੰਦੀ। ਸੋ ਭਾਈ, ਸ਼ਬਦ ਰਪੈ ਘਰ ਪਾਈਐ, ਨਿਰਬਾਣੀ ਪਦ ਨੀਤ। ਸ਼ਬਦ ਵਿੱਚ ਰੰਗੇ ਗਿਆ ਪਹਿਲਾਂ ਘਰ ਭਾਵ ਨਿਜ ਸਰੂਪ ਨੂੰ ਪਾਈਦਾ ਹੈ, ਫਿਰ ਨਿਰਬਾਣ ਪਦ ਪ੍ਰਾਪਤ ਹੁੰਦਾ ਹੈ। ਇਹ ਪਦ ਵੀ ਨੀਤ ਭਾਵ ਸदैवी ਹੈ, ਜੋ ਸਭ ਅਵਸਥਾ ਤੋਂ ਪਰੇ ਯਥਾਰਥ ਹੀ ਯਥਾਰਥ ਹੈ। ਸੋ ਹੁਣ ਤ੍ਰੈ ਗੱਲਾਂ ਹੋਈਆਂ। ਹਉ ਗੁਰ ਪੁੱਛਉ ਆਪਣੇ, ਗੁਰ ਪੁੱਛ ਕਾਰ ਕਮਾਓ। ਮੈਂ ਆਪਣੇ ਗੁਰੂ ਨੂੰ ਪੁੱਛਾਂ, ਹਾਂ ਗੁਰੂ ਨੂੰ ਪੁੱਛ ਕੇ ਕਾਰ ਕਮਾਵਾਂ। ਸ਼ਬਦ ਸਲਾਹੀ ਮਨ ਵਸੈ, ਹਉ ਮੈਂ ਦੁਖ ਜਲ ਜਾਉ। ਉਸ ਦੀ ਦਸੀ ਕਾਰ ਸ਼ਬਦ ਦੁਆਰਾ ਵਾਹਿਗੁਰੂ ਨੂੰ ਸਲਾਹਾਂ, ਤਦ ਉਹ ਵਾਹਿਗੁਰੂ ਮੇਰੇ ਮਨ ਵਿੱਚ ਵਸ ਜਾਵੇ। ਅਥਵਾ ਸ਼ਬਦ ਦੁਆਰਾ ਸਲਾਹੀ ਭਾਵ ਸਲਾਹੁਣੇ ਯੋਗ ਵਾਹਿਗੁਰੂ ਮਨ ਵਿੱਚ ਵਸ ਜਾਵੇ, ਤਦ ਹਉਮੈ ਦਾ ਦੁੱਖ ਸੜ ਜਾਵੇ। ਸਹਿਜੇ ਹੋਏ ਮਿਲਾਵੜਾ, ਸਾਚੇ ਸਾਚ ਮਿਲਾਓ। ਤਦ ਸਹਿਜੇ ਹੀ ਵਾਹਿਗੁਰੂ ਜੀ ਨਾਲ ਮੇਲ ਹੋ ਜਾਵੇਗਾ, ਕਿਉਂਕਿ ਸੱਚੇ ਨਾਲ ਸੱਚ ਦੁਆਰਾ ਹੀ ਮਿਲਾਓ ਭਾਵ ਮੇਲ ਹੋ ਸਕਦਾ ਹੈ। ਮੈਂ ਮਿਲ ਪਵਾਂ ਵੀ ਅਰਥ ਲਾਉਂਦੇ ਹਨ, ਭਾਵ ਵਾਹਿਗੁਰੂ ਸੱਚ ਹੈ, ਨਾਮ ਸੱਚੇ ਦਾ ਸੱਚ ਹੈ। ਇਸ ਕਰਕੇ ਇਸ ਨਾਮ ਸੱਚ ਨਾਲ ਵਾਹਿਗੁਰੂ ਸੱਚ ਪ੍ਰਾਪਤ ਹੁੰਦਾ ਹੈ। ਸ਼ਬਦ ਰਤੇ ਸੇ ਨਿਰਮਲੇ, ਤਾਜ ਕਾਮ ਕ੍ਰੋਧ ਅਹੰਕਾਰ। ਜੋ ਗੁਰੂ ਸ਼ਬਦ ਵਿੱਚ ਰੰਗੇ ਜਾਂਦੇ ਹਨ, ਉਹ ਕਾਮ ਕ੍ਰੋਧ ਹੰਕਾਰ ਆਦਿ ਵਿਕਾਰਾਂ ਨੂੰ ਤਿਆਗ ਕੇ ਮੈਲ ਰਹਿਤ ਹੋ ਜਾਂਦੇ ਹਨ। ਨਾਮ ਸਲਾਹਨ ਸਦਾ ਸਦਾ, ਹਰ ਰਖ ਹੈ ਉਰ ਧਾਰ। ਉਹ ਸਦਾ ਨਾਮ ਨੂੰ ਸਲਾਹੁੰਦੇ ਹਨ ਤੇ ਸਦਾ ਹਰੀ ਨੂੰ ਹਿਰਦੇ ਵਿੱਚ ਧਾਰਨ ਕਰੀ ਰੱਖਦੇ ਹਨ। ਸੋ ਕਿਉ ਮਨਹੁ ਵਿਸਾਰੀਐ,
ਸਭ ਜੀਆ ਕਾ ਆਧਾਰ। ਹੇ ਭਾਈ, ਤੂੰ ਵੀ ਸੋਚ ਕੇ ਉਸ ਨੂੰ ਮਨੋਂ ਕਿਉਂ ਵਿਸਾਰੀਏ, ਜੋ ਸਭਨਾ ਜੀਆਂ ਦਾ ਆਸਰਾ ਹੈ। ਸ਼ਬਦ ਮਰੈ ਸੋ ਮਰ ਰਹੈ, ਫਿਰ ਮਰੈ ਨਾ ਦੂਜੀ ਵਾਰ। ਜੋ ਸ਼ਬਦ ਦੁਆਰਾ ਮਰ ਜਾਂਦਾ ਹੈ, ਭਾਵ ਜੋ ਆਪ ਨੂੰ ਦੇਹ ਆਦਿ ਤੋਂ ਅਸੰਗ ਲਖ ਲੈਂਦਾ ਹੈ, ਉਹ ਜਾਣੋ ਇੱਕੋ ਵਾਰੀ ਮਰ ਜਾਂਦਾ ਹੈ। ਉਹ ਫਿਰ ਦੂਜੀ ਵਾਰੀ ਨਹੀਂ ਮਰਦਾ। ਸ਼ਬਦੈ ਹੀ ਤੇ ਪਾਈਐ, ਹਰ ਨਾਮੇ ਲੱਗੈ ਪਿਆਰ। ਹਾਂ, ਸ਼ਬਦ ਦੁਆਰਾ ਹੀ ਹਰੀ ਨਾਮ ਵਿੱਚ ਜੇ ਪਿਆਰ ਲੱਗ ਜਾਵੇ ਤਾਂ ਹਰੀ ਪ੍ਰਾਪਤ ਹੁੰਦਾ ਹੈ। ਬਿਨ ਸ਼ਬਦੈ ਜਗ ਭੂਲਾ ਫਿਰੈ, ਮਰ ਜਨਮੈ ਵਾਰੋ ਵਾਰ। ਸ਼ਬਦ ਤੋਂ ਬਿਨਾਂ ਰਹਿਣ ਕਰਕੇ ਜਗਤ ਭੁੱਲਾ ਫਿਰਦਾ ਹੈ, ਵਾਰ-ਵਾਰ ਜੰਮਦਾ ਮਰਦਾ ਰਹਿੰਦਾ ਹੈ। ਸਭ ਸਾਲਾ ਹੈ ਆਪ ਕੋ, ਵੱਡੋ ਵਡੇਰੀ ਹੋਏ। ਦੁਨੀਆ ਵਿੱਚ ਸਭ ਕੋਈ ਆਪਣੇ ਆਪ ਦੀ ਸਲਾਹੁਤ ਕਰਦਾ ਹੈ ਤੇ ਚਾਹੁੰਦਾ ਹੈ ਕਿ ਮੇਰੀ ਵਡਿਆਈ ਵੱਡਿਆਂ ਤੋਂ ਵੀ ਵੱਡੀ ਹੋਵੇ। ਗੁਰ ਬਿਨ ਆਪ ਨਾ ਚੀਨੀਐ, ਕਹੇ ਸੁਣੇ ਕਿਆ ਹੋਏ। ਪਰ ਗੁਰੂ ਤੋਂ ਬਿਨਾਂ ਆਪਾ ਨਹੀਂ ਪਛਾਣਿਆ ਜਾਂਦਾ। ਆਪਣੇ ਆਪ ਨੂੰ ਵੱਡਾ ਕਹਿਣ ਸੁਣਨ ਨਾਲ ਜਾਂ ਲੋਕਾਂ ਤੋਂ ਆਪ ਨੂੰ ਵੱਡਾ ਕਹਿੰਦਿਆਂ ਸੁਣਦਿਆਂ ਕੋਈ ਲਾਭ ਨਹੀਂ। ਨਾਨਕ ਸ਼ਬਦ ਪਛਾਣੀਐ, ਹਉਮੈ ਕਰੈ ਨ ਕੋਇ। ਹੇ ਨਾਨਕ, ਸੱਚ ਇਹ ਹੈ ਕਿ ਜਦ ਗੁਰ ਸ਼ਬਦ ਦੁਆਰਾ ਹਰੀ ਨੂੰ ਪਛਾਣ ਲਿਆ ਜਾਵੇ ਤਾਂ ਕੋਈ ਹਉਮੈ ਦਾ ਵਰਤਾਓ ਨਹੀਂ ਕਰੇਗਾ, ਕਿਉਂਕਿ ਵਾਹਿਗੁਰੂ ਦੀ ਪਛਾਣ ਹੁੰਦੀ ਹੀ ਹਉਮੈ ਦੇ ਤਿਆਗ ਮਗਰੋਂ ਹੈ। ਵਿਆਖਿਆ। ਅੰਕ 1 ਵਿੱਚ ਗੁਰੂ ਦੀ ਚਰਨੀ ਲੱਗਣ ਤੇ ਉਸ ਤੋਂ ਨਾਮ ਪ੍ਰਾਪਤ ਕਰਕੇ ਨਾਮ ਦੇ ਜਪਣ ਦਾ ਉਪਦੇਸ਼ ਦਿੱਤਾ ਹੈ। ਆਪਣੇ ਮਨ ਨੂੰ ਸੰਬੋਧਨ ਕਰਕੇ ਨਾਮ ਬਿਨਾਂ ਪਤੀ ਪਰਮੇਸ਼ਰ ਨਹੀਂ ਮਿਲਦਾ। ਇਹੋ ਉਪਦੇਸ਼ ਫਿਰ ਰਹਾਉ ਵਿੱਚ ਹੈ। ਇੱਥੇ ਸੰਬੋਧਨ ਭਾਈ ਰੇ ਹੈ, ਪਰ ਭਾਈ ਰੇ ਕਹਿ ਕੇ ਵੀ ਆਪਣੇ ਮਨ ਦੁਆਰਾ ਹੀ ਬੋਲ ਰਹੇ ਹਨ। ਉਂਝ ਜਗਿਆਸੂ ਪ੍ਰਤੀ ਹੀ ਉੱਤਮ ਪੁਰਖ ਦੁਆਰਾ ਉਪਦੇਸ਼ ਕੀਤਾ ਹੈ। ਅੰਕ 2 ਵਿੱਚ ਗੁਰੂ ਦੇ ਮਿਲਾਪ ਤੋਂ ਬਿਨਾਂ ਤੇ ਨਾਮ ਵਿਹੂਣੀ ਅਵਸਥਾ ਨੂੰ ਅੰਧ ਅਵਸਥਾ ਤੇ ਮੌਤ ਤੁਲ ਅਵਸਥਾ ਦੱਸਿਆ ਹੈ, ਕਿਉਂਕਿ ਮਨ ਬੇਟੇਕ ਤੇ ਬਿਥਵੀ ਹਾਲਤ ਵਿੱਚ ਰਹਿੰਦਾ ਹੈ। ਅੰਕ 3 ਵਿੱਚ ਦੱਸਿਆ ਹੈ ਕਿ ਗੁਰੂ ਅਗਿਆਨਮਈ ਅੰਧਕਾਰ ਵਾਲਾ ਨਹੀਂ ਚਾਹੀਦਾ। ਗੁਰੂ ਸੱਚ ਨੂੰ ਜਾਣਨੇ ਵਾਲਾ ਸਤਿਗੁਰੂ ਲੋੜੀਦਾ ਹੈ। ਅੰਕ 4 ਹੁਣ ਜਾਪਦਾ ਹੈ ਕਿ ਕਿਸੇ ਨੇ ਸਵੈ ਸਰੂਪ ਵਿੱਚ ਅਸਥਿਤੀ, ਜੋ ਜੋਗ ਦਾ ਮਾਰਗ ਹੈ, ਜਾਂ ਨਿਰਵਾਣ ਪਦ ਦੀ ਪ੍ਰਾਪਤੀ, ਜੋ ਵੇਦਾਂਤ ਜਾਂ ਬੌਧਤਾ ਵਿਸ਼ਾ ਹੈ, ਬਾਰੇ ਕੋਈ ਪੁੱਛਣਾ ਕੀਤੀ ਹੈ ਕਿ ਉਹ ਕਿਵੇਂ ਜੋਗ ਤੇ ਗਿਆਨ ਬਿਨਾਂ ਪ੍ਰਾਪਤ ਹੋ ਸਕਦੇ ਹਨ। ਉਸ ਦਾ ਉੱਤਰ ਹੈ ਕਿ ਨਾਮ ਤੋਂ ਬਿਨਾਂ ਦੋਏ ਪ੍ਰਾਪਤ ਨਹੀਂ। ਨਾਮ ਤੋਂ ਬਿਨਾਂ ਜਾਂ ਆਤਮਾ ਆਪਣੇ ਆਪ ਵਿੱਚ ਇਕਾਗਰ ਹੁੰਦੀ ਹੈ, ਨਾ ਪਰਮਾਤਮਾ ਵਿੱਚ ਲੀਨ ਹੁੰਦੀ ਹੈ। ਉਹ ਕੱਲਰ ਦੀ ਕੰਧ ਵਾਂਗੂ ਕੱਚੇ ਸਰੀਰ ਵਿੱਚ ਵਸਦੀ ਹੈ। ਇਹ ਕੱਚਾ ਸਰੀਰ ਸਦਾ ਕਿਰਦਾ, ਅੰਤ ਮੁਰਦਾ, ਫੇਰ ਬਣਾਇਆ ਜਾਂਦਾ ਹੈ। ਆਤਮਾ ਲਈ ਦੁੱਖ ਦਾ ਵਸੇਬਾ ਹੀ ਬਣਿਆ ਰਹਿੰਦਾ ਹੈ, ਕਿਉਂਕਿ ਮਨੁੱਖਾ ਦੇਹੀ ਅਨੇਕਾਂ ਹੀ ਦੁੱਖਾਂ ਦਾ ਟਿਕਾਣਾ ਹੈ। ਫਿਰ ਦੱਸਦੇ ਹਨ ਕਿ ਨਾਮ ਨਾਲ ਸਤ ਦੀ ਪ੍ਰਾਪਤੀ ਹੁੰਦੀ ਹੈ। ਜਦ ਸੱਚ ਹਿਰਦੇ ਵਿੱਚ ਅਸਤ ਤੋਂ ਜੁਦਾ ਹੋ ਕੇ ਨਿੱਤਰ ਆਉਂਦਾ ਹੈ ਤਾਂ ਸਵੈ ਸਰੂਪ ਦੀ ਲਖਤਾ ਹੋ ਆਉਂਦੀ ਹੈ। ਸੋ ਜਦ ਗੁਰੂ ਦੇ ਉਪਦੇਸ਼ ਦੁਆਰਾ ਸਿਮਰਦੇ ਸਵੈ ਸਰੂਪ ਦੀ ਲਖਤਾ ਹੋ ਆਉਂਦੀ ਹੈ ਤਾਂ ਉਸ ਦੇ ਸ਼ਬਦ ਵਿੱਚ ਹੋਰ ਰੰਗੇ ਗਿਆ ਉਸ ਦੀ ਮਿਹਰ ਨਾਲ ਨਿਰਵਾਣ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਨਿਰਵਾਣ ਭਾਵ ਉਹ ਪਦ ਜੋ ਦੁੱਖ ਦਵੰਦ ਕਲੇਸ਼ ਸਭ ਤੋਂ ਉੱਪਰ ਹੈ। ਵਾਹਿਗੁਰੂ ਵਿੱਚ ਭੇਦ ਹੋ ਜਾਣ ਦੀ ਪਦਵੀ। ਉਹ ਪਦ ਇੱਕ ਤਾਂ ਦੁੱਖ ਰਹਿਤ ਹੈ, ਜਿਵੇਂ ਦੇਹ ਵਿੱਚ ਤਦ ਰੂਪਤਾ ਦੀ ਹਾਲਤ ਦੁੱਖਮਈ ਸੀ, ਤਿਵੇਂ ਵਾਹਿਗੁਰੂ ਵਿੱਚ ਤਦ ਰੂਪਤਾ ਦੁੱਖ ਰਹਿਤ ਹੈ। ਉਹ ਛਿਣ ਭੰਗਰ ਸੀ, ਇਹ ਨਿਤ ਹੈ, ਸदैवी ਹੈ। ਅੰਕ 5
ਹੁਣ ਵੇਰਵਾ ਦੱਸਦੇ ਹਨ ਕਿ ਗੁਰੂ ਦਾ ਸ਼ਬਦ ਅਰਥਾਤ ਉਪਦੇਸ਼ ਕਿਵੇਂ ਨਿਰਬਾਣੀ ਪਦ ਵਿੱਚ ਲੈ ਜਾਂਦਾ ਹੈ। ਉਹ ਦੱਸਦੇ ਹਨ, ਗੁਰੂ ਨੇ ਨਾਮ ਦਾ ਉਪਦੇਸ਼ ਦਿੱਤਾ, ਉਸ ਦੀ ਕਾਰ ਕਮਾਉਣੀ ਹੈ। ਇਸ ਤਰ੍ਹਾਂ ਸ਼ਬਦ ਦੁਆਰਾ ਸਲਾਹੁਣ ਜੋਗ ਭਾਵ ਨਾਮੀ ਵਾਹਿਗੁਰੂ ਮਨ ਵਿੱਚ ਆ ਵਸਦਾ ਹੈ। ਉਸ ਦੇ ਆ ਵਸਨੇ ਨਾਲ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ। ਇਉਂ ਸਹਿਜ ਅਵਸਥਾ ਵਿੱਚ ਪੁੱਜੀਦਾ ਹੈ। ਇਹ ਅਵਸਥਾ ਤ੍ਰਿਗੁਣਾਤੀਤ ਹੈ। ਇਹ ਅਵਸਥਾ ਨਹੀਂ ਯਥਾਰਥ ਹੈ। ਆਤਮਾ ਆਪਣੇ ਨਿਜ ਸਰੂਪ ਵਿੱਚ ਆ ਕੇ ਪਰਮਾਤਮਾ ਦੇ ਸਰੂਪ ਵਿੱਚ ਅਸਲੀ ਰੂਪ ਨੂੰ ਪ੍ਰਾਪਤ ਹੋ ਜਾਂਦਾ ਹੈ। ਭਾਵ ਇਹ ਕਿ ਵਾਹਿਗੁਰੂ ਸਤ ਸਰੂਪ ਹੈ। ਜਦ ਆਪ ਹਉ ਅਤੀਤ ਤੇ ਤ੍ਰਿਗੁਣਾਤਮਿਕ ਅਵਸਥਾ ਤੋਂ ਉੱਪਰ ਹੋਈਦਾ ਹੈ ਤਾਂ ਸਤ ਹੋ ਜਾਈਦਾ ਹੈ। ਇਉਂ ਸੱਚੇ ਹੋ ਕੇ ਸੱਚ ਨੂੰ ਮਿਲੀਦਾ ਹੈ। ਅੰਕ 6 ਗੁਰੂ ਦੇ ਉਪਦੇਸ਼ ਦੁਆਰਾ ਕਾਮ, ਕ੍ਰੋਧ, ਹੰਕਾਰ ਦੂਰ ਹੁੰਦੇ ਹਨ। ਸੋ ਇਉਂ ਜੀਵ ਨਿਰਮਲ ਹੋ ਜਾਂਦਾ ਹੈ। ਉਹ ਨਾਮ ਵਿੱਚ ਰਤਾ ਰਹਿੰਦਾ ਹੈ ਤੇ ਨਾਮੀ ਨੂੰ ਮਨ ਵਿੱਚ ਵਸਾਈ ਰੱਖਦਾ ਹੈ। ਉਹ ਫਿਰ ਸਾਈਂ ਆਧਾਰ ਵਾਲਾ ਹੋ ਜਾਂਦਾ ਹੈ। ਸਾਈਂ ਸਭ ਜੀਆਂ ਦਾ ਆਸਰਾ ਹੈ, ਇਸ ਲਈ ਉਸ ਨੂੰ ਭੁਲਾਉਣਾ ਠੀਕ ਨਹੀਂ। ਅੰਕ 7 ਇਉਂ ਜੋ ਗੁਰੂ ਸ਼ਬਦ ਦੀ ਕਮਾਈ ਦੇ ਅਸਰ ਨਾਲ ਹਉਮੈ ਵਾਲੇ ਜੀਵਨ ਤੋਂ ਮਰ ਜਾਂਦਾ ਹੈ, ਭਾਵ ਜਿਸ ਦੀ ਹਉਮੈ ਮਰ ਜਾਂਦੀ ਹੈ, ਉਹ ਫਿਰ ਦੂਜੀ ਵਾਰੀ ਨਹੀਂ ਮਰਦਾ, ਕਿਉਂਕਿ ਉਹ ਫਿਰ ਦੂਜੀ ਵਾਰੀ ਜਨਮ ਵਿੱਚ ਆਉਂਦਾ ਹੀ ਨਹੀਂ। ਪਰ ਜੇ ਕੋਈ ਸ਼ਬਦ ਨੂੰ ਪ੍ਰਾਪਤ ਨਹੀਂ, ਉਹ ਭੁੱਲ ਵਿੱਚ ਰਹਿੰਦਾ ਹੈ। ਭੁੱਲ ਕਰਕੇ ਬਾਰ-ਬਾਰ ਜੰਮਦਾ ਮਰਦਾ ਹੈ। ਸਿੱਟਾ ਇਹ ਕਿ ਗੁਰੂ ਸ਼ਬਦ ਦੁਆਰਾ ਹਰ ਨਾਮ ਵਿੱਚ ਪਿਆਰ ਲੱਗਦਾ ਹੈ ਤੇ ਇਸ ਪਿਆਰ ਦੁਆਰਾ ਵਾਹਿਗੁਰੂ ਮਿਲਦਾ ਹੈ। ਅੰਕ 8 ਪਰ ਜਗਤ ਵਰਤਾਰਾ ਇਹ ਹੈ ਕਿ ਸਭ ਕੋਈ ਆਪਣੀ ਮਹਿਮਾ ਲੋਚਦਾ ਹੈ। ਜੋ ਸੱਚਮੁੱਚ ਵੱਡੇ ਹੋਏ ਹਨ ਜਾਂ ਹੈਨ, ਉਹਨਾਂ ਤੋਂ ਵੀ ਆਪ ਨੂੰ ਵੱਡਾ ਕਰਕੇ ਦੱਸਣਾ ਸਭ ਨੂੰ ਚੰਗਾ ਲੱਗਦਾ ਹੈ। ਪਰ ਇਹ ਸਭ ਕੌਣ ਹਨ? ਜੋ ਗੁਰੂ ਤੋਂ ਵੀ ਹੋਣੇ ਨਾਮ ਤੋਂ ਸਖਣੇ ਹਨ, ਕਿਉਂਕਿ ਗੁਰੂ ਤੋਂ ਬਿਨਾਂ ਆਪਣੇ ਅਸਲ ਸ਼ੁੱਧ ਸਰੂਪ ਨੂੰ ਪਛਾਣ ਨਹੀਂ ਸਕੀਦਾ। ਗੱਲਾਂ ਨਾਲ ਕਿ ਆਪਣੀਆਂ ਵਡਿਆਈਆਂ ਕਰਨ ਕਰਾਉਣ ਨਾਲ ਕੁਝ ਨਹੀਂ ਬਣਦਾ। ਹਉਮੈ ਦੂਰ ਨਹੀਂ ਹੁੰਦੀ। ਹਉਮੈ ਤਾਂ ਸ਼ਬਦ ਦੁਆਰਾ ਹੀ ਦੂਰ ਹੁੰਦੀ ਹੈ। ਜੋ ਗੁਰ ਉਪਦੇਸ਼ ਦੁਆਰਾ ਸੱਚ ਨੂੰ ਪ੍ਰਾਪਤ ਹੋ ਜਾਂਦੇ ਹਨ, ਉਹ ਨਾ ਹਉਮੈ ਕਰਦੇ ਹਨ, ਨਾ ਹਉਮੈ ਦੇ ਵਾਕ ਮੂੰਹੋਂ ਕੱਢਦੇ ਹਨ। ਨਿਰੁਕਤ ਡਰਪੈ ਦਾ ਭਾਵ ਹੈ ਡਰਦਾ ਹੈ। ਭਾਗ ਦਾ ਭਾਵ ਹੈ ਭੱਜ ਜਾਂਦਾ ਹੈ। ਕਿਉਂ ਥਿਰ ਰਹੈ? ਥਿਰ ਕਿਵੇਂ ਰਹੇ? ਥਿਰ ਨਹੀਂ ਰਹਿੰਦਾ, ਪਰ ਥਿਰ ਤਾਂ ਉਹ ਹੈ। ਇਸ ਲਈ ਭਾਵ ਇਹ ਹੈ ਕਿ ਉਸ ਦੁਹਾਗਣ ਲਈ ਸੁਹਾਗ ਹੁੰਦੇ ਹੋਏ ਵੀ ਸੁਹਾਗ ਪ੍ਰਾਪਤੀ ਨਹੀਂ। ਸੋ ਥਿਰ ਨਾ ਰਹੇ ਦਾ ਇੱਥੇ ਭਾਵ ਹੈ ਪ੍ਰਾਪਤ ਨਹੀਂ। ਘਰ ਜਾਓ ਦਾ ਭਾਵ ਹੈ ਪਰਲੋਕ ਨੂੰ ਜਾਵਾਂ, ਸਰੂਪ ਵਿੱਚ ਪ੍ਰਾਪਤ ਹੋਵਾਂ। ਅੰਧਲਾ ਦਾ ਭਾਵ ਹੈ ਅੰਨਾ, ਅੱਖਾਂ ਤੋਂ ਅੰਨਾ ਨਹੀਂ, ਪਰ ਵਾਹਿਗੁਰੂ ਤੋਂ ਵਿਮੁਖ। ਜਿਸ ਤਰ੍ਹਾਂ ਅੰਧੇ ਇਹ ਨਾ ਆਖੀਆ ਨਾ, ਜਿਨ ਮੁਖ ਲੋਇਨ ਨਾਹਿ। ਅੰਧੇ ਸੇਈ ਨਾਨਕਾ, ਖਸਮ ਹੋ ਕੁਥੇ ਜਾਹੇ। ਰਾਮਕਲੀ ਵਾਰ ਮਹੱਲਾ ਦੂਜਾ। ਸੁਆਉ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸੁਆਰਥ, ਪ੍ਰਯੋਜਨ, ਲਾਭ, ਫਾਇਦਾ, ਸੁਆਦ। ਦੇਹੁਰੀ ਦਾ ਭਾਵ ਹੈ ਦੇਹ, ਸਰੀਰ। ਭੀਤ ਦਾ ਭਾਵ ਹੈ ਕੰਧ। ਰਪੈ ਦਾ ਭਾਵ ਹੈ ਰੰਗੈ ਜਾਣ ਨਾਲ। ਨਿਰਬਾਣੀ ਦਾ ਭਾਵ ਹੈ ਨਹੀਂ ਹੈ ਜਿਸ ਵਿੱਚ ਬਾਣ, ਦੁੱਖ ਨਹੀਂ ਹੈ ਜਿਸ ਵਿੱਚ। ਇਹ ਪਦ ਬੋਧ ਤੇ ਹੋਰਨਾਂ ਨੇ ਵੀ ਵਰਤਿਆ ਹੈ। ਗੁਰੂ ਜੀ ਇਸ ਦਾ ਭਾਵ ਸ਼ੂਨੈ ਤੋਂ ਨਹੀਂ ਲੈਂਦੇ। ਇਹ ਇਸ ਨੂੰ ਤ੍ਰਿਗੁਣ ਅਤੀਤ ਅਵਸਥਾ ਤੋਂ ਲੈਂਦੇ ਹਨ। ਤੁਰਿਆ ਪਦ ਜਿੱਥੇ ਆਤਮਾ ਪਰਮਾਤਮਾ ਨੂੰ ਪ੍ਰਾਪਤ ਹੋ ਜਾਂਦਾ ਹੈ। ਨੀਤ ਦਾ ਭਾਵ ਹੈ ਇਹ ਨਿਤ ਪਦ ਦਾ ਹੀ ਰੂਪ ਹੈ, ਜੋ ਛੰਦ ਦੇ ਮੇਲ ਕਰਕੇ ਨਿਤ ਤੋਂ ਨੀਤ ਕੀਤਾ ਗਿਆ ਹੈ। ਸਲਾਹੀ ਦਾ ਭਾਵ ਹੈ ਮੈਂ ਸਲਾਹਾਂ, ਸਲਾਹਿਆ ਗਿਆ, ਸਲਾਹੁਣੇ ਜੋਗ ਵਾਹਿਗੁਰੂ। ਸ਼ਬਦ ਸਲਾਹੀ ਦਾ ਭਾਵ ਹੈ ਜੋ ਸ਼ਬਦ ਦੁਆਰੇ ਸਲਾਹਾਂ, ਸ਼ਬਦ ਦੁਆਰੇ ਸਲਾਹੁਣ ਜੋਗ।
ਚੀਨੀਆਂ ਦਾ ਭਾਵ ਹੈ ਪਛਾਣੀਦਾ ਹੈ। ਸ਼ਬਦ ਦਾ ਭਾਵ ਹੈ ਇਹ ਪਾਦ 7 ਵੇਰੀ ਇਸ ਸ਼ਬਦ ਵਿੱਚ ਆਇਆ ਹੈ। ਪਹਿਲੀ ਵੇਰ ਅੰਕ 4 ਵਿੱਚ ਹੈ। ਅੰਕ 6 ਤੋਂ ਪਤਾ ਲੱਗਦਾ ਹੈ ਕਿ ਇਸ ਦਾ ਅਰਥ ਗੁਰੂ ਕਾ ਉਪਦੇਸ਼ ਹੈ, ਜਿਸ ਕਰਕੇ ਨਾਮ ਪ੍ਰਾਪਤ ਹੁੰਦਾ ਹੈ, ਕਿਉਂਕਿ ਉੱਥੇ ਸ਼ਬਦ ਰੱਤੇ ਆਖ ਕੇ ਫਿਰ ਨਾਮ ਸਲਾਹਣ ਕਿਹਾ ਹੈ। ਅੰਕ 7 ਵਿੱਚ ਦੱਸਿਆ ਹੈ, ਸ਼ਬਦੈ ਹੀ ਤੇ ਪਾਈਐ ਹਰ ਨਾਮੇ ਲੱਗੈ ਪਿਆਰ। ਸੋ ਸ਼ਬਦ ਦਾ ਅਰਥ ਇੱਥੇ ਗੁਰੂ ਕਾ ਉਪਦੇਸ਼ ਹੈ, ਜਿਸ ਵਿੱਚ ਮੁੱਖ ਵਸਤੂ ਨਾਮ ਦਾ ਉਪਦੇਸ਼ ਹੁੰਦਾ ਹੈ।